ਕੁਝ ਲੋਕਾਂ ਨੇ ਬੜਾ ਸਾਡਾ ਸਾਥ ਦਿੱਤਾ, ਸਰਕਾਰ ਦੇ ਖਿਲਾਫ ਬਹੁਤ ਵੱਡੀ ਲੀਡ ਨਾਲ ਜਿਤਾਇਆ, ਇੱਕ ਤਰਫਾ ਜਿਤਾਇਆ ਜੀ। ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੇ ਇੱਥੋਂ ਚੋਣ ਲੜੇ ਸੀ ਮੇਰੇ ਖਿਲਾਫ ਕੈਪਟਨ ਸੰਦੀਪ ਸੰਧੂ, ਉੱਪਰੋਂ ਦਾ ਭੋਲਾ ਮੂੰਹ ਬਣਾ ਲੈਂਦੇ ਆ, ਲੇਕਿਨ ਅੰਦਰੋਂ ਖਾਤੇ ਸਾਰੀ ਪੁਲਿਸ ਸਾਡੇ ਲੋਕਾਂ ਨੂੰ, ਸਾਡੇ ਵਰਕਰਾਂ ਨੂੰ, ਇੱਥੇ ਦੀਆਂ ਸੰਸਥਾਵਾਂ ਨੂੰ ਤੰਗ ਪਰੇਸ਼ਾਨ ਕਰਨ ਲੱਗੀ ਹੋਈ ਆ। ਇਹ ਸਾਰਾ ਜਿਹੜਾ ਇੱਥੇ ਐਸਐਚਓ ਪ੍ਰੇਮ ਸਿੰਘ ਇਹਦਾ ਕਰਤਾ ਧਰਤਾ ਇਹ ਸੰਦੀਪ ਸੰਧੂ ਦੇ ਕਹਿਣ ਤੇ। ਇਹ ਸੰਸਥਾਵਾਂ ਸਾਰੇ ਹਲਕੇ ਦੇ ਦਲਿਤ ਸਮਾਜ ਨਾਲ ਜੁੜੀ ਹੋਈ ਆ, ਬਹੁਤ ਵੱਡਾ ਪ੍ਰਭਾਵ ਰੱਖਦੀ ਆ। ਇਹ ਚਾਹੁੰਦੇ ਆ ਵੀ ਇਹਨਾਂ ਨੂੰ ਅਸੀਂ ਕਾਂਗਰਸ ਸ਼ਾਮਲ ਕਰੀਏ, ਨਹੀਂ ਇਹਨਾਂ ਤੇ ਪਰਚਾ ਦੇਵਾਂਗੇ, ਨਹੀਂ ਇਹ ਤੁਹਾਡਾ ਅਦਾਰਾ ਬੰਦ ਕਰਾਂਗੇ। ਚੰਗੇ ਕੰਮ ਕਰਨ ਵਾਲਿਆਂ ਨਾਲ ਕਦੇ ਇਦਾਂ ਦੀ ਖਰਚਖੋਰੀ ਹੋ ਸਕਦੀ ਆ, ਕਦੇ ਐਸਐਚਓ ਸੱਦ ਕੇ ਉੱਥੇ ਧਮਕੀਆਂ ਦਿੰਦਾ ਵਾ, ਕਦੇ ਇਹਨਾਂ ਨੂੰ ਵਿਜੀਲੈਂਸ ਵਾਲੇ ਸੱਦਦੇ ਨੇ। ਇਹ ਇਨਕੁਆਇਰੀ ਹੈ, ਤੁਸੀਂ ਇਹਨੂੰ ਸਪੋਰਟ ਕਰਦੇ ਹੋ? ਜੇ ਠੀਕ ਨੇ, ਸਾਰਾ ਕੁਝ ਜਾਇਜ਼ ਹੈ, ਤੁਹਾਨੂੰ ਲੱਗਦਾ ਹੈ, ਤੁਸੀਂ ਸਮਝਦੇ ਹੋ ਕਿ ਕੋਈ ਦਿੱਕਤ ਨਹੀਂ ਹੈ, ਤਾਂ ਫਿਰ ਤੁਸੀਂ ਸਪੋਰਟ ਕਰ ਦਿਓਗੇ, ਕਰ ਲਓ ਇਨਕੁਆਇਰੀ। ਉਹ ਤਾਂ ਅਸੀਂ ਕਹਿੰਦੇ ਕਰ ਲਓ, ਪਰ ਲੇਕਿਨ ਪਤਾ ਤਾਂ ਹੋਵੇ ਨਾ ਵੀ ਸੋਚ ਕੀ ਆ। ਲੀਡਰ ਦੀ ਸੋਚ ਦਾ ਪਤਾ ਹੋਣਾ ਚਾਹੀਦਾ ਨਾ। ਇਹ ਤਾਂ ਸੋਚ ਹੀ ਦੱਸ ਰਹੇ ਵੀ ਆਹ ਸੋਚ ਹੈ ਇਹਨਾਂ ਦੀ, ਉਹ ਇਹ ਤੋਂ ਕੋਈ ਨਹੀਂ ਡਰਦੇ। ਹੋਰ ਇੱਥੇ ਕਿਹੜਾ ਕੁਝ ਕੀਤਾ ਹੋਇਆ ਵਿਚਾਰਿਆਂ ਨੇ। ਕੱਲ ਪਰਸੋਂ ਇਹਨਾਂ ਨੇ ਇੱਕ ਪੇਜ ਤੇ ਇਹਨਾਂ ਦੇ ਦੇਖੋ ਵੀਡੀਓ ਪਾਈ ਹੋਈ ਆ, ਕਹਿੰਦੇ ਵੀ ਜਿਹੜੇ ਗਰੀਬ ਲੋਕ ਨੇ, ਦਲਿਤ ਲੋਕ ਨੇ, ਇਹ ਤਾਂ ਵਿਕ ਕੇ ਵੋਟਾਂ ਪਾ ਗਏ ਹਲੇ ਨੂੰ। ਇਹ ਲੋਕ ਆਪਦੀ ਜ਼ਮੀਰ ਨਾਲ ਵੋਟ ਪਾਉਂਦੇ ਨੇ, ਤੁਸੀਂ ਦਿੱਤਾ ਕੀ ਇਹਨਾਂ ਨੂੰ? ਮੈਂ ਗਿਆ 2 ਦਿਨ ਬਾਅਦ, ਦੱਸੋ ਕੀ ਕੰਮ ਹੈਗਾ? ਉਹ ਨਹੀਂ ਕਹਿੰਦੇ ਤੁਹਾਡੇ ਅਗੇਂਸਟ ਬਹੁਤ ਕੰਪਲੇਂਟ ਹੈਗੀਆਂ ਜੀ ਬੈਠੇ। ਮੈਂ ਕਿਹਾ ਦੱਸ ਦਿਓ, ਕੋਈ ਗੱਲ ਨਹੀਂ, ਸਮਾਜ ਅਸੀਂ ਸੁਧਾਰ ਕਰ ਲਾਂਗੇ। ਪਰ ਉਹ ਸਾਡੀਆਂ ਗੱਲਾਂ ਬੰਦ ਹੋ ਗਈਆਂ। ਹੁਣ ਨਵਾਂ ਇੱਕ ਸਾਡੇ ਦੱਸਿਆ ਵੀ ਨਵੀਂ ਕੰਪਲੇਂਟ ਕਰ ਉਹਦੇ ਵਾਸਤੇ ਸੰਸਥਾ ਫੁੱਲੀ ਰਿਸਪੌਂਸੀਬਲ। ਅਗਰ ਬਿਜ਼ਨਸ ਤੋਂ ਕੋਈ ਰੁਕਾਵਟ ਲੱਗਦੀ ਆ, ਅਸੀਂ ਉਹਦੇ ਵਾਸਤੇ ਜ਼ਿੰਮੇਵਾਰ ਆ। ਕਾਂਗਰਸ ਪਾਰਟੀ ਹਮੇਸ਼ਾ ਕਹਿੰਦੀ ਆਈ ਹੈ ਕਿ ਅਸੀਂ ਕੇਂਦਰ ਤੱਕ, ਸੋਨੀਆ ਗਾਂਧੀ, ਰਾਹੁਲ ਗਾਂਧੀ ਤੱਕ, ਕੇ ਦਲਿਤਾਂ ਦੇ ਹਮੇਸ਼ਾ ਜੇ ਕੋਈ ਨਾਲ ਖੜਿਆ ਤਾਂ ਅਸੀਂ ਖੜੇ ਹਾਂ। ਇੱਕ ਵੀ ਸਹੂਲਤ ਜੇ ਪੰਜਾਬ ਦੇ ਵਿੱਚ ਇਹਨਾਂ ਦਿੱਤੀ ਹੋਵੇ ਦਲਿਤ ਭਾਈਚਾਰੇ ਨੂੰ, ਚਾਹੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਗਈ ਆ, ਚਾਹੇ ਸ਼ਗਨ ਸਕੀਮ ਸ਼ੁਰੂ ਕੀਤੀ ਗਈ ਆ, ਚਾਹੇ 200 ਯੂਨਿਟ ਬਿਜਲੀ ਦੇ ਮਾਫ ਕੀਤੇ ਨੇ। ਇਹ ਤਾਂ ਜਿਹੜੇ ਕਹਿੰਦੇ ਸੀ ਕੈਪਟਨ ਸਾਹਿਬ ਕਿ ਅਸੀਂ ਦੁੱਗਣਾ ਕਰ ਦਿਆਂਗੇ ਸਾਰਾ ਕੁਝ, ਕਿਹੜਾ ਦੁੱਗਣਾ ਹੋਇਆ? 51,000 ਸ਼ਗਨ ਸਕੀਮ ਮਿਲ ਗਈ। ਇੱਥੇ ਜਿਹੜੇ ਐਮਪੀ ਸਾਹਿਬ ਇੱਥੇ 5 ਲੱਖ ਅਨਾਉਂਸ ਕਰਕੇ ਗਏ ਸੀਗੇ, ਦੱਸੋ ਮਿਲਿਆ ਜੇ? ਸਾਰੇ ਮੀਡੀਆ ਹਾਜ਼ਰ ਕਰਕੇ ਕੁਝ ਮਿਲਿਆ? ਹਾਂਜੀ ਨਹੀਂ, ਬਿਲਕੁਲ ਨਹੀਂ, ਕੋਈ ਪੈਸਾ ਨਹੀਂ ਮਿਲਿਆ। ਗੌਰਮੈਂਟ ਦੀ ਤਰਫੋਂ ਅੱਜ ਤੱਕ ਸਾਨੂੰ ਕੋਈ ਗ੍ਰਾਂਟ ਨਹੀਂ ਮਿਲੀ। ਘੱਟ ਦੇਖਿਆ ਗਿਆ ਸਿਆਸਤ 'ਚ ਕਿ ਵਿਧਾਇਕ ਕਿਸੇ ਹੋਰ ਦੇ ਖਿਲਾਫ ਸੜਕ ਤੇ ਉਤਰਨ ਜਾਂ ਲੋਕਾਂ ਦੇ ਨਾਲ ਪ੍ਰੋਟੈਸਟ 'ਚ ਖੜੇ ਹੋਣ। ਹਾਲਾਂਕਿ ਸਰਕਾਰ ਕਾਂਗਰਸ ਪਾਰਟੀ ਦੀ ਹੈ, ਪਰ ਮਨਪ੍ਰੀਤ ਸਿੰਘ ਇਆਲੀ ਅੱਜ ਵੱਡੀ ਗਿਣਤੀ 'ਚ ਲੋਕਾਂ ਦੇ ਨਾਲ ਇਕੱਠੇ ਹੋ ਕੇ ਸੰਦੀਪ ਸੰਧੂ ਤੇ ਕਾਂਗਰਸ ਦੇ ਖਿਲਾਫ ਪ੍ਰੋਟੈਸਟ ਵੀ ਕਰ ਰਹੇ ਆ ਔਰ ਗੁੱਸਾ ਵੀ ਜ਼ਾਹਰ ਕਰ ਰਹੇ ਆ। ਇਆਲੀ ਸਾਹਿਬ, ਕੀ ਹੋ ਗਿਆ ਕਿ ਅਕਸਰ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਜਾਂ ਕੰਮਾਂ ਕਾਰਾਂ 'ਚ ਰੁੱਝੇ ਹੁੰਦੇ ਹੋ, ਇਹ ਨਾਅਰੇਬਾਜ਼ੀ ਕਿਉਂ ਕਰਨੀ ਪੈ ਗਈ? ਦੇਖੋ, ਪਿਛਲੇ 9 ਮਹੀਨੇ ਪਹਿਲਾਂ ਜਿਹੜੀ ਇਲੈਕਸ਼ਨ ਹੋਈ ਜਿਮਨੀ ਚੋਣ, ਕੁਝ ਲੋਕਾਂ ਨੇ ਬੜਾ ਸਾਡਾ ਸਾਥ ਦਿੱਤਾ, ਸਰਕਾਰ ਦੇ ਖਿਲਾਫ ਬਹੁਤ ਵੱਡੀ ਲੀਡ ਨਾਲ ਜਿਤਾਇਆ, ਇੱਕ ਤਰਫਾ ਜਿਤਾਇਆ ਜੀ। ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੇ ਇੱਥੋਂ ਚੋਣ ਲੜੇ ਸੀ ਮੇਰੇ ਖਿਲਾਫ ਕੈਪਟਨ ਸੰਦੀਪ ਸੰਧੂ, ਉੱਪਰੋਂ ਦਾ ਭੋਲਾ ਮੂੰਹ ਬਣਾ ਲੈਂਦੇ ਆ, ਲੇਕਿਨ ਅੰਦਰੋਂ ਖਾਤੇ ਸਾਰੀ ਪੁਲਿਸ ਸਾਡੇ ਲੋਕਾਂ ਨੂੰ, ਸਾਡੇ ਵਰਕਰਾਂ ਨੂੰ, ਇੱਥੇ ਦੀਆਂ ਸੰਸਥਾਵਾਂ ਨੂੰ ਤੰਗ ਪਰੇਸ਼ਾਨ ਕਰਨ ਲੱਗੀ ਹੋਈ ਆ। ਪਰਚੇ ਦੇ ਕੇ, ਡਰਾ ਕੇ, ਧਮਕਾ ਕੇ ਕਿ ਉਹਨਾਂ ਦੇ ਕਿਸੇ ਸਰੋਪਾ ਪਾ ਦਈਏ, ਕਿਸੇ ਨੂੰ ਨਾਲ ਜੋੜ ਲਈਏ। ਕੁਝ ਦਿਨ ਪਹਿਲਾਂ ਜਾਂਗਪੁਰ ਪਿੰਡ ਦੇ ਵਿੱਚ ਹੋਇਆ, ਸਾਡੇ ਨੌਜਵਾਨ ਤੇ ਗੋਲੀਆਂ ਲੱਗੀਆਂ 9 ਮਹੀਨੇ ਪਹਿਲਾਂ, ਕਾਰਵਾਈ ਨਹੀਂ ਹੋਈ। ਬਾਈ ਨੇ ਪਰਚਾ ਦਰਜ ਆ, ਦੋਸ਼ੀ ਘੁੰਮ ਰਹੇ ਨੇ, ਉਲਟਾ ਉਹਦੇ ਤੇ ਇੱਕ ਪਰਚਾ ਦਰਜ ਕਰ ਦਿੱਤਾ ਗਿਆ 452 ਦਾ। ਜਦੋਂ ਅਸੀਂ ਉਹ ਮਦਈ ਨੂੰ ਸੰਪਰਕ ਕੀਤਾ, ਉਹ ਕਹਿੰਦੀ ਮੈਂ ਤਾਂ ਨਾਮ ਹੀ ਨਹੀਂ ਲਿਖਾਏ। ਉਹਨੇ ਸਟੇਟਮੈਂਟ ਵੀ ਦੇਤੀ, ਅਫਸਰਾਂ ਨੂੰ ਲਿਖ ਕੇ ਵੀ ਦੇ ਆਈ। ਇਹ ਸਾਰਾ ਜਿਹੜਾ ਇੱਥੇ ਐਸਐਚਓ ਪ੍ਰੇਮ ਸਿੰਘ ਇਹਦਾ ਕਰਤਾ ਧਰਤਾ ਇਹ ਸੰਦੀਪ ਸੰਧੂ ਦੇ ਕਹਿਣ ਤੇ। ਹੁਣ ਆ ਗਈ ਗੱਲ, ਇਹ ਸੰਸਥਾ ਜਿਹੜੀ, ਇਹ ਸੰਸਥਾ 20 ਸਾਲ ਤੋਂ ਸਮਾਜ ਸੇਵੀ ਕੰਮ ਕਰ ਰਹੀ ਆ, ਦਲਿਤ ਭਲਾਈ ਲਈ ਕੰਮ ਕਰ ਰਹੀ ਆ, ਦਲਿਤ ਪਰਿਵਾਰਾਂ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਕੰਮ ਕਰ ਰਹੀ ਆ, ਉਹਨਾਂ ਦੀਆਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਸ਼ਾਦੀਆਂ, ਉਹਨਾਂ ਦੀ ਮਦਦ ਕਰਦੇ ਨੇ। 10 ਸਾਲ ਪਹਿਲਾਂ ਜਦੋਂ ਮੈਂ ਚੇਅਰਮੈਨ ਸੀ ਜ਼ਿਲ੍ਹਾ ਪ੍ਰੀਸ਼ਦ ਦਾ, ਉਸ ਸਮੇਂ ਇਹਨਾਂ ਦੀ ਮੰਗ ਸੀ ਵੀ ਸਾਨੂੰ ਕੋਈ ਜਗ੍ਹਾ ਦਿੱਤੀ ਜਾਵੇ। ਆਹ ਜਗ੍ਹਾ 1.5 ਏਕੜ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀ ਜਗ੍ਹਾ ਸੀ, ਅਸੀਂ ਇਹ ਜਗ੍ਹਾ ਦਿੱਤੀ ਹੈ ਸੰਸਥਾ ਅੰਬੇਦਕਰ ਭਵਨ ਵਾਸਤੇ ਤੇ ਗ੍ਰਾਂਟ ਦਿੱਤੀ ਨਗਰ ਕੌਂਸਲ ਨੂੰ। ਉਹਨਾਂ ਦੇ ਏਰੀਆ 'ਚ ਪੈਂਦੀ ਸੀ, ਉਹਨਾਂ ਨੇ ਖਰਚ ਕੀਤੀ ਕਰੋੜਾਂ ਰੁਪਇਆ, 1 ਕਰੋੜ ਦੇ ਕਰੀਬ ਇਹਦੇ ਖਰਚਾ ਆਇਆ। ਇਹ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਆ। ਹੁਣ 3.5 ਸਾਲ ਜੋ ਸਰਕਾਰ ਬਦਲ ਗਈ, ਮੈਂ ਸੰਸਥਾ ਨੂੰ ਕਿਹਾ ਵੀ ਤੁਸੀਂ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਕਰੋ, ਸਰਕਾਰ ਦੇ ਨੁਮਾਇੰਦਿਆਂ ਨੂੰ ਬੁਲਾਇਆ ਕਰੋ, ਸਾਂਝਾ ਤੁਸੀਂ ਤੁਹਾਡੇ ਕਿਹੜੇ ਕੋਈ ਪਾਰਟੀ ਆ, ਤੁਸੀਂ ਵਧੀਆ ਕੰਮ ਕਰ ਰਹੇ ਹੋ, ਆਪਾਂ ਨੂੰ ਸਰਕਾਰ ਤੋਂ ਮਦਦ ਦੀ ਲੋੜ ਆ। ਪਹਿਲਾਂ ਸਿਰਫ ਤੁਹਾਨੂੰ ਬੁਲਾਉਂਦੇ ਸੀ, ਪਹਿਲਾਂ ਜਦੋਂ ਕੋਈ ਹੋਰ ਤਾਂ ਉਦੋਂ ਆਪੋਜੀਸ਼ਨ ਆਉਣਾ ਹੀ ਕੀ ਸੀ, ਉਹਨਾਂ ਨੇ ਕੋਈ ਆਉਂਦਾ ਹੀ ਨਹੀਂ ਸੀ। ਲੇਕਿਨ ਅੱਜ ਸਰ ਉਦੋਂ ਤਾਂ ਇਹ ਦੇ ਸਕਦੇ ਆ ਨਾ ਕੁਝ ਨਾ ਕੋਈ ਸੰਸਥਾ ਨੂੰ। ਇੱਥੇ ਦੇਖੋ, ਮੰਗਾਂ ਤਾਂ ਸੰਸਥਾਵਾਂ ਦੀ ਕਦੇ ਪੂਰੀਆਂ ਹੋ ਨਹੀਂ ਸਕਦੀਆਂ। ਇੱਥੇ ਐਮਪੀ ਸਾਹਿਬ ਨੂੰ ਬੁਲਾਇਆ ਗਿਆ, ਸਾਰੇ ਹਲਕਾ ਇੰਚਾਰਜ ਬੁਲਾਏ ਗਏ, ਹਰ ਪ੍ਰੋਗਰਾਮ ਤੇ। ਸਾਲ 'ਚ 2 ਪ੍ਰੋਗਰਾਮ ਹੁੰਦੇ ਇੱਥੇ ਪੱਕੇ, ਜਿਸ 'ਚ ਬੱਚਿਆਂ ਨੂੰ, ਗਰੀਬਾਂ ਨੂੰ ਵਜ਼ੀਫੇ, ਉਹਨਾਂ ਦੀ ਮਦਦ ਕੀਤੀ ਜਾਂਦੀ ਆ। ਲੇਕਿਨ ਅੱਜ 3.5 ਸਾਲਾਂ 'ਚ 1 ਰੁਪਇਆ ਵੀ ਕੋਈ ਸਰਕਾਰ ਨੇ ਦਿੱਤਾ ਹੋਵੇ ਤਾਂ ਦੱਸ ਦੇਣ। ਅਸੀਂ ਆਹ 3.5 ਸਾਲਾਂ ਦੇ ਵਿੱਚ ਵੀ ਆ ਸਾਰਾ ਪੇਂਟ ਕਰਵਾਇਆ, 3 ਲੱਖ ਰੁਪਇਆ ਲੱਗਿਆ। ਇਹਨਾਂ ਨੇ ਜਿੰਨਾ ਮੈਨੂੰ ਕਿਹਾ ਮੈਂ ਪੈਸੇ ਦਿੱਤੇ। ਚੇਅਰਾਂ ਲਿਆਂਦੀਆਂ ਅਸੀਂ ਆਪਣੇ ਕੋਲੋਂ ਲੈ ਕੇ ਆਂਦੀਆਂ, ਸਾਊਂਡ ਸਿਸਟਮ ਅਸੀਂ ਪੈਸੇ ਦੇ ਕੇ ਲੈ ਕੇ ਆਂਦਾ, ਕਰੋਕਰੀ ਬਣਾਈ, ਕਿਉਂਕਿ ਜਦੋਂ ਕੋਈ ਸ਼ਾਦੀ ਹੁੰਦੀ ਆ ਚੀਜ਼ਾਂ ਦੀ ਲੋੜ ਹੁੰਦੀ ਆ। ਦਿੱਤਾ ਕੀ ਆ, ਆਹ ਸਾਨੂੰ ਵਿਜੀਲੈਂਸ ਇਨਕੁਆਰੀ ਹੁਣ ਇਹਨਾਂ ਦੀ ਲਾਤੀ ਆ। ਵਿਜੀਲੈਂਸ ਇਨਕੁਆਰੀ, ਵਿਜੀਲੈਂਸ ਵੱਲੋਂ ਹੁਣ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੰਸਥਾ ਨੂੰ। ਇਹ ਇਨਕੁਆਇਰੀ ਕਿਹਦੇ ਖਿਲਾਫ ਹੈ ਜੀ? ਇਹ ਸੰਸਥਾ ਦੇ ਖਿਲਾਫ, ਡਾਕਟਰ ਬੀ ਆਰ ਅੰਬੇਦਕਰ ਮਿਸ਼ਨ ਸੁਸਾਇਟੀ ਦੇ ਖਿਲਾਫ। ਪਹਿਲਾਂ ਐਸਐਚਓ ਨੇ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ,
ਹੁਣ ਵੀ ਇਹਨਾਂ ਦੇ ਦਬਾਅ ਬਹੁਤ ਆ, ਇਹ ਤਾਂ ਵਿਚਾਰੇ ਪਤਾ ਨਹੀਂ ਕਿਵੇਂ ਇੱਥੇ ਸਾਡੇ ਕੋਲ ਖੜੇ ਨੇ। ਪਰ ਕਾਰਨ ਕੀ ਹੈ? ਕਾਰਨ ਇਹ ਕੀ ਤਾਂ ਵੀ ਬਹੁਤ ਛੋਟੀ ਇਹ ਸਿਆਸਤ ਹੈ ਜੀ। ਇਹ ਤਾਂ ਆਲੀ ਸਾਹਿਬ ਵੀ ਸੰਸਥਾਵਾਂ ਬਹੁਤ ਹੋਣਗੀਆਂ, ਮੁੱਲਾਂਪੁਰ 'ਚ ਹੀ ਬਹੁਤ ਸਾਰੀਆਂ ਸੰਸਥਾਵਾਂ ਹੋਣਗੀਆਂ। ਤਾਂ ਦੇਖੋ ਇਹ ਸੰਸਥਾਵਾਂ ਸਾਰੇ ਹਲਕੇ ਦੇ ਦਲਿਤ ਸਮਾਜ ਨਾਲ ਜੁੜੀ ਹੋਈ ਆ, ਬਹੁਤ ਵੱਡਾ ਪ੍ਰਭਾਵ ਰੱਖਦੀ ਆ। ਇਹ ਚਾਹੁੰਦੇ ਆ ਵੀ ਇਹਨਾਂ ਨੂੰ ਅਸੀਂ ਕਾਂਗਰਸ ਸ਼ਾਮਲ ਕਰੀਏ, ਨਹੀਂ ਇਹਨਾਂ ਤੇ ਪਰਚਾ ਦੇਵਾਂਗੇ, ਨਹੀਂ ਇਹ ਤੁਹਾਡਾ ਅਦਾਰਾ ਬੰਦ ਕਰਾਂਗੇ। ਸਿੱਧੀ ਗੱਲ ਤਾਂ ਇਹ ਆ ਗੱਲ ਚਾਹੁੰਦੇ ਆ ਇਹ, ਇਸੇ ਕਰਕੇ ਇਹਨਾਂ ਨੂੰ ਤਾਂ ਦਬਾਅ ਬਣਾਇਆ ਜਾ ਰਿਹਾ। ਇਹ ਤਾਂ ਵਿਚਾਰੇ ਡਰਦੇ ਨੇ ਸੀ, ਲੇਕਿਨ ਫਿਰ ਵੀ ਅੱਜ ਇਕੱਠੇ ਹੋਏ ਨੇ। ਇੰਨਾ ਇਹਨਾਂ ਦੇ ਡਰ ਆ ਪੁਲਿਸ ਦਾ। ਇਹ ਵਿਚਾਰੇ ਲੜਨ ਵਾਲੇ ਥੋੜੀ ਨੇ ਸਰਕਾਰਾਂ ਦੇ ਨਾਲ। ਇਹ ਤਾਂ ਇੱਕ ਸਮਾਜ ਸੇਵੀ ਕੰਮ ਨੂੰ ਲੈ ਕੇ ਚੱਲੇ ਨੇ, ਥੋੜੀ ਪਤਾ ਵੀ ਆਹ ਕੁਝ ਵੀ ਸਾਡੇ ਨਾਲ ਹੋਊਗਾ। ਚੰਗੇ ਕੰਮ ਕਰਨ ਵਾਲਿਆਂ ਨਾਲ ਕਦੇ ਇਦਾਂ ਦੀ ਖਰਚਖੋਰੀ ਹੋ ਸਕਦੀ ਆ? ਕਦੇ SHO ਸੱਦ ਕੇ ਉੱਥੇ ਧਮਕੀਆਂ ਦਿੰਦਾ ਵਾ, ਕਦੇ ਇਹਨਾਂ ਨੂੰ ਵਿਜੀਲੈਂਸ ਵਾਲੇ ਸੱਦਦੇ ਨੇ। ਸੋ ਇਹ ਸੰਸਥਾਵਾਂ ਨੂੰ ਸਹਿਯੋਗ ਦੀ ਲੋੜ ਆ ਸਰਕਾਰਾਂ ਦੇ, ਨਾ ਕਿ ਧਮਕੀਆਂ ਦੀ ਲੋੜ ਆ। ਬਾਬਾ ਸਾਹਿਬ ਅੰਬੇਦਕਰ ਸਾਡੇ ਸੰਵਿਧਾਨ ਲਿਖਣ ਵਾਲੇ ਨੇ, ਰਾਖੇ ਕਿਹਾ ਜਾਂਦਾ ਅਸੀਂ, ਔਰ ਹੁਣ ਉਸੇ ਦੇ ਉੱਤੇ ਕੁਐਸਚਨ ਹੋ ਰਿਹਾ ਕਿ ਬਾਬਾ ਸਾਹਿਬ ਦੀ ਸੰਸਥਾ ਜਿਸ ਨਾਂ ਤੇ ਹੋਵੇ ਉਸੇ ਤੇ ਵਿਜੀਲੈਂਸ ਦੀ ਇਨਕੁਆਇਰੀ। ਦੇਖੋ ਇੱਥੇ 70 ਸਾਲ ਦੇਸ਼ ਆਜ਼ਾਦ ਹੋਏ ਨੂੰ ਹੋ ਗਏ। ਕਿੰਨਾ ਸਮਾਂ ਕਾਂਗਰਸ ਨੇ ਰਾਜ ਕੀਤਾ, ਇੱਥੋਂ ਕਾਂਗਰਸ ਦੇ ਵਿਧਾਇਕ ਵੀ ਰਹੇ। ਇਹ ਹਲਕਾ ਰਿਜ਼ਰਵ ਰਿਹਾ। ਜੇ ਕਿਸੇ ਕਾਂਗਰਸ ਦੇ ਕਿਸੇ MLA ਨੇ ਇੱਕ ਛੋਟਾ ਜਿਹਾ ਕਿਤੇ ਕਿਸੇ ਮਹੱਲੇ ਦਾ ਨਾਮ ਵੀ ਰੱਖਿਆ ਵੀ ਡਾਕਟਰ ਅੰਬੇਦਕਰ ਦੇ ਨਾਮ ਤੇ, ਅਸੀਂ ਅਦਾਰਾ ਬਣਾਇਆ, ਸੰਸਥਾ ਬਣਾਈ, ਕਿੱਡਾ ਵੱਡਾ ਸਿਸਟਮ ਬਣਾਇਆ, ਬੁੱਤ ਇੱਥੇ ਸਥਾਪਿਤ ਕੀਤਾ, ਕਿੱਡਾ ਵੱਡਾ ਕੰਮ ਕਰ ਰਹੀ ਹੈ ਸੰਸਥਾ। ਤੇ ਇਹਨਾਂ ਨੂੰ ਪ੍ਰੇਜ਼ ਕਰਨ ਦੀ ਬਜਾਏ ਜੇ ਸਰਕਾਰਾਂ ਇਨਕੁਆਰੀਆਂ ਕਰਨਗੀਆਂ ਵਿਜੀਲੈਂਸ ਦੀਆਂ, ਤਾਂ ਇਦੋਂ ਸ਼ਰਮ ਦੀ ਤੇ ਮਾੜੀ ਗੱਲ ਕੋਈ ਸਾਹਿਬ ਕੋਈ ਡਾਇਰੈਕਟ ਤੌਰ ਦੇ ਉੱਤੇ ਕਿਸੇ ਨੂੰ ਥ੍ਰੈਟ ਕੀਤਾ ਗਿਆ ਜਾਂ ਡਾਇਰੈਕਟਲੀ ਕਿਸੇ ਨੂੰ ਕਿਹਾ ਗਿਆ ਕਿ ਪਾਰਟੀ ਜੁਆਇਨ ਕਰੋ, ਨਹੀਂ ਤਾਂ ਇਹਦਾ ਖਮਿਆਜ਼ਾ ਭੁਗਤਣਾ? ਸਾਰੀ ਸੰਸਥਾ ਨੂੰ ਬਹੁਤ ਵਾਰ, 3.5 ਸਾਲਾਂ 'ਚ ਬਹੁਤ ਵਾਰ, ਲੇਕਿਨ ਹੁਣ ਤਾਂ ਜ਼ਿਆਦਾ ਹੀ ਦਬਾਅ ਬਣਾਇਆ ਜਾ ਰਿਹਾ ਨਾ। ਹੁਣ ਤਾਂ ਜ਼ਿਆਦਾ ਹੀ ਦਬਾਅ ਬਣਾਇਆ ਜਾ ਰਿਹਾ ਸਿੱਧਾ। ਜਿਹੜੇ ਇੱਥੋਂ ਦੇ ਕੀ ਚੋਣਾਂ ਤੋਂ ਪਹਿਲਾਂ ਇਹ ਤੁਹਾਡੇ ਨਾਲ ਰਹੇ ਐ ਸਾਰੇ? ਦੇਖੋ ਜਦੋਂ ਤੋਂ ਉਹਦਾ ਖਮਿਆਜ਼ਾ ਭੁਗਤਣਾ ਪੈ ਰਿਹਾ। ਜਦੋਂ ਤੋਂ ਇਹ ਸੰਸਥਾ ਨੂੰ, ਜਦੋਂ ਅਸੀਂ ਦੇਖੋ ਇਹਨਾਂ ਦੀ ਕੋਈ ਪਾਰਟੀ ਨਹੀਂ ਸੀ, ਇਹਨਾਂ ਚੋਂ ਤਕਰੀਬਨ 90% ਲੋਕਾਂ ਦੀ ਸੋਚ ਕਾਂਗਰਸ ਨਾਲ ਸੀਗੀ। ਲੇਕਿਨ ਜਦੋਂ ਐਡਾ ਵੱਡਾ ਇੱਕ ਅਦਾਰਾ ਬਣਾ ਕੇ ਦਿੱਤਾ, ਐਡਾ ਕੰਮ ਕੀਤਾ, ਉਹ ਸਾਡੇ ਨਾਲ ਜੁੜ ਗਏ, ਅਸੀਂ ਇਕੱਠੇ ਕੰਮ ਕਰ ਰਹੇ ਹਾਂ ਇੱਕ ਸੰਸਥਾ ਦੇ ਵਿੱਚ। ਤੇ ਹੁਣ ਉਹਨਾਂ ਦੇ ਦਬਾਅ ਕਿਵੇਂ? ਅਗਲਾ ਕਹਿੰਦਾ ਤੁਸੀਂ ਦਿੱਤਾ ਕੀ ਆ ਸਾਨੂੰ, ਤੁਹਾਨੂੰ ਚਲੋ ਅਸੀਂ ਤੁਹਾਡੀ ਮਦਦ ਕਰ ਦਿੰਦੇ ਹਾਂ, ਤੁਸੀਂ ਸਾਨੂੰ ਦੇਣ ਕੀ ਆ? ਤੁਹਾਡੀ ਦੇਣ ਦਾ ਵਾ ਇਨਕੁਆਰੀਆਂ ਵਿਜੀਲੈਂਸ ਦੀਆਂ, ਦੇਣ ਕੀ ਆ? ਪਰ ਇਹ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਹ ਇਨਕੁਆਇਰੀ ਹੈ, ਤੁਸੀਂ ਇਹਨੂੰ ਸਪੋਰਟ ਕਰਦੇ ਹੋ? ਜੇ ਠੀਕ ਨੇ, ਸਾਰਾ ਕੁਝ ਜਾਇਜ਼ ਹੈ, ਤੁਹਾਨੂੰ ਲੱਗਦਾ ਹੈ, ਤੁਸੀਂ ਸਮਝਦੇ ਹੋ ਕਿ ਕੋਈ ਦਿੱਕਤ ਨਹੀਂ ਹੈ, ਤਾਂ ਫਿਰ ਤੁਸੀਂ ਸਪੋਰਟ ਕਰਦੇ ਹੋ ਕਿ ਕਰ ਲਓ ਇਨਕੁਆਇਰੀ? ਉਹ ਤਾਂ ਅਸੀਂ ਕਹਿੰਦੇ ਕਰ ਲਓ, ਪਰ ਲੇਕਿਨ ਪਤਾ ਤਾਂ ਹੋਵੇ ਨਾ ਵੀ ਸੋਚ ਕੀ ਆ। ਲੀਡਰ ਦੀ ਸੋਚ ਦਾ ਪਤਾ ਹੋਣਾ ਚਾਹੀਦਾ ਨਾ। ਇਹ ਤਾਂ ਸੋਚ ਹੀ ਦੱਸ ਰਹੇ ਵੀ ਆਹ ਸੋਚ ਹੈ ਇਹਨਾਂ ਦੀ। ਉਹ ਇਹ ਤੋਂ ਕੋਈ ਨਹੀਂ ਡਰਦੇ। ਹੋਰ ਇੱਥੇ ਕਿਹੜਾ ਕੁਝ ਕੀਤਾ ਹੋਇਆ ਵਿਚਾਰਿਆਂ ਨੇ? ਇਹ ਤਾਂ ਜੋ ਮਰਜ਼ੀ ਕਰਾ ਲੈਣੀ, ਸਕ ਮਰਜ਼ੀ। ਲੇਕਿਨ ਗੱਲ ਇੱਕ ਸੋਚ ਪਤਾ ਲੱਗਦੀ ਹੈ ਵੀ ਇਹਨਾਂ ਲੀਡਰਾਂ ਦੀ ਦਲਿਤ ਸਮਾਜ ਦੇ ਪ੍ਰਤੀ, ਇਹੋ ਜਿਹੀਆਂ ਸੰਸਥਾਵਾਂ ਦੇ ਪ੍ਰਤੀ ਸੋਚ ਕੀ ਆ ਲੋਕਾਂ ਦੀ। ਕੱਲ ਪਰਸੋਂ ਇਹਨਾਂ ਨੇ ਇੱਕ ਪੇਜ ਤੇ ਇਹਨਾਂ ਦੇ ਦੇਖੋ ਵੀਡੀਓ ਪਾਈ ਹੋਈ ਆ, ਕਹਿੰਦੇ ਵੀ ਜਿਹੜੇ ਗਰੀਬ ਲੋਕ ਨੇ, ਦਲਿਤ ਲੋਕ ਨੇ, ਇਹ ਤਾਂ ਵਿਕ ਕੇ ਵੋਟਾਂ ਪਾ ਗਏ ਵਾਲੇ ਨੂੰ। ਇਹ ਲੋਕ ਆਪਦੀ ਜ਼ਮੀਰ ਨਾਲ ਵੋਟ ਪਾਉਂਦੇ ਨੇ। ਤੁਸੀਂ ਦਿੱਤਾ ਕੀ ਇਹਨਾਂ ਨੂੰ? ਆਟਾ ਦਾਲ ਸਕੀਮ ਅਕਾਲੀ ਦਲ ਨੇ ਦਿੱਤੀ ਆ, ਹਰ ਤਰ੍ਹਾਂ ਦੀ ਜੋ ਸਹੂਲਤਾਂ, ਪੈਨਸ਼ਨ ਇਹਨਾਂ ਨੇ, ਜੋ ਸ਼ਗਨ ਸਕੀਮ ਅਕਾਲੀ ਦਲ ਨੇ ਦਿੱਤੀ ਆ। ਮੇਰੇ ਨਾਲ ਇਹ ਸਾਰੇ ਭਾਈਚਾਰੇ ਨੇ, ਨਰੇਗਾ 'ਚ ਬੀਬੀਆਂ ਨੇ ਕੰਮ ਕੀਤਾ, ਅਸੀਂ ਗਰਾਊਂਡ ਬਣਾਏ ਨੇ, ਇਹ ਸੰਸਥਾ 'ਚ ਅਸੀਂ ਕੰਮ ਕਰ ਰਹੇ ਹਾਂ, ਰੀਜ਼ਨ ਨੇ। ਤੇ ਇਹ ਕਹਿੰਦੇ ਬਗਾਊ ਨੇ। ਤੁਹਾਡੇ ਤੇ ਸਵਾਲ ਉੱਠਣਗੇ ਕਿ ਆਲੀ ਸਾਹਿਬ ਹੁਣ ਗਾਂ ਦੀ ਤਿਆਰੀ ਤਾਂ ਨਹੀਂ ਕਰ ਰਹੇ, ਕਿਤੇ ਸਾਲ ਡੇਢ ਇਲੈਕਸ਼ਨਾਂ ਨੂੰ ਰਹਿ ਗਿਆ, ਦਲਿਤ ਕਾਰਡ ਤਾਂ ਨਹੀਂ ਖੇਡ ਰਹੇ ਤੁਸੀਂ? ਦੇਖੋ ਦਲਿਤ ਸਮਾਜ ਸਾਡਾ ਹਿੱਸਾ ਵਾ, ਉਹ ਸਾਡੇ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਵਿਚਰ ਰਹੇ ਨੇ। ਜਰਨਲ ਵਰਗ ਦਾ ਟੋਟਲ ਸਪੋਰਟ ਆ। ਦੇਖੋ ਸਾਡੇ 220 ਬੂਥ ਨੇ ਤਕਰੀਬਨ ਹਲਕੇ ਦੇ। ਇਹ ਦੇਖ ਲੈਣ ਵੀ ਨਾ ਤਾਂ ਕਿਸੇ ਜਰਨਲ ਬੂਥ 'ਚੋਂ ਜਿੱਤੇ ਆ, ਨਾ ਕਿਸੇ SC ਬੂਥ 'ਚੋਂ ਜਿੱਤੇ ਆ। ਇਹ ਗੱਲਾਂ ਛੋਟੀ ਜੀ ਗੱਲ ਨਹੀਂ। ਸਰਕਾਰ ਦੇ ਖਿਲਾਫ ਏਡਾ ਵੱਡਾ ਫਤਵਾ, ਇਹ ਸਾਡੀ ਜੋ ਇਹਨਾਂ ਨਾਲ ਪਿਆਰ ਸਤਿਕਾਰ ਲੋਕਾਂ ਨਾਲ ਬਣਾਇਆ ਹੋਇਆ, ਤੇ ਜਿਹੜੀ ਇਹ ਧੱਕੇਸ਼ਾਹੀ ਕਰ ਰਹੇ ਨੇ, ਪਤਾ ਲੱਗ ਜੂਗਾ। ਇੱਕ ਹੋਰ ਬਹੁਤ ਵੱਡੀ ਸੰਸਥਾ ਦੇ ਖਿਲਾਫ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਆ, ਤੁਹਾਨੂੰ 2-4 ਦਿਨ ਜੋ ਵੀ ਦੱਸ ਦਿਆਂ, ਤੁਸੀਂ ਪੜ੍ਹ ਕੇ ਹੈਰਾਨ ਰਹਿ ਜਾਓਗੇ। ਰਿਆਲੀ ਸਾਹਿਬ, ਇਹ ਕੀ ਸਬੂਤ ਹੈ ਵੀ ਕੈਪਟਨ ਸੰਦੀਪ ਸੰਧੂ ਇਹਦੇ ਪਿੱਛੇ ਨੇ? ਹੋ ਸਕਦਾ ਚੋਣ ਕਿਹਨੇ ਲੜਨੀ ਕਿਹਨੇ ਨਹੀਂ ਲੜਨੀ ਅਜੇ ਤਾਂ ਬਹੁਤ ਦੂਰ ਹੈ। ਜੋ ਧੱਕੇ ਹੋ ਰਹੇ ਨੇ ਉਹਨਾਂ ਵੱਲੋਂ ਹੀ ਹੋ ਰਹੇ ਨੇ। ਹੋਰ ਤਾਂ ਲੀਡਰ ਘਰੇ ਬਿਠਾਤੇ ਸਾਰੇ ਕਾਂਗਰਸ ਵਾਲੇ, ਕਿਸੇ ਦੀ ਕੋਈ ਸੁਣਵਾਈ ਨਹੀਂ, ਕਿਸੇ ਦੀ ਕੋਈ ਪੁੱਛਗਿੱਛ ਨਹੀਂ। ਵਿਜੀਲੈਂਸ ਇਨਕੁਆਇਰੀ CM ਹਾਊਸ ਤੋਂ ਉਹਨਾਂ ਦੇ ਆਪਣੇ ਦਸਤਖਤਾਂ ਹੇਠ ਮੈਂ ਇੱਥੋਂ ਤੋਂ ਵੀ ਪਤਾ ਕਰ ਲਿਆ ਵੀ ਇਹ ਲੱਗੀ ਹੋਈ ਆ। ਅਸੀਂ ਰਿਕਾਰਡ ਵੀ ਲਿਆ ਕੇ ਦਿਖਾ ਦਿਆਂਗੇ। ਔਰ SHO ਦਾ ਕੀ ਰੋਲ ਹੈ ਜੀ? ਤੁਸੀਂ ਉਸ ਦਿਨ ਵੀ SHO ਦੇ ਖਿਲਾਫ ਕਿਹਾ ਸੀਗਾ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਉਹ SHO ਨੇ ਪਹਿਲਾਂ ਉਹ ਪਰਚਾ ਦਿੱਤਾ, ਮਦਈ ਕਹਿ ਰਿਹਾ ਕਿ ਮੈਂ ਨਾਮ ਨਹੀਂ ਲਿਖਾਇਆ। ਮੈਂ ਨਾਮ ਨਹੀਂ ਲਿਖਾਇਆ, ਫਿਰ ਕਿਵੇਂ ਪਰਚੇ ਸ਼ਾਮਲ ਹੋ ਗਏ ਜੀ ਉਹ ਮੁੰਡੇ? ਗੱਲ ਕੀ ਵੀ ਉਹ ਰਾਜੀਨਾਮੇ ਦਾ ਦਬਾਅ ਬਣਾਉਣਾ ਸੀਗਾ। ਹੁਣ ਇਹਨਾਂ ਨੂੰ 2-3 ਵਾਰੀ ਤਾਂ ਡਰਦੇ ਹੀ ਨਹੀਂ ਗੱਲਾਂ ਮੇਰੇ ਕੋਲ ਕੀਤੀਆਂ, ਤੇ ਮੀਡੀਆ ਸਾਹਮਣੇ ਨਹੀਂ ਕਰ ਰਹੇ। ਇਹਨਾਂ ਨੂੰ 2 ਵਾਰ ਪ੍ਰੇਮ ਸਿੰਘ ਨੇ ਸੱਦਿਆ, ਸੱਦ ਕੇ ਜਿਹੜੀਆਂ ਗੱਲਾਂ ਨੇ ਮੈਨੂੰ ਦੱਸੀਆਂ ਨੇ, ਵਿਚਾਰੇ ਇਹਨਾਂ ਦੀ ਲੜਾਈ ਲੜਨ ਵਾਲੇ ਥੋੜੀ ਨੇ। ਕਿਹਨਾਂ ਨੂੰ ਸੱਦਿਆ? ਸਾਡੇ ਪ੍ਰਧਾਨ ਜੀ। ਆਓ ਪ੍ਰਧਾਨ ਜੀ, ਕੀ ਹੋਇਆ ਕੀ ਹੈ ਜੀ? ਤੁਹਾਨੂੰ ਸੱਦ ਕੇ ਕਹਿੰਦੇ ਕੀ ਹੈ? ਮਕਸਦ ਕੀ ਹੈ ਨਾ ਸੱਦਣ ਦਾ? 1.5 ਸਾਲ ਤੋਂ ਮਕਸਦ ਇਹ ਹੈਗਾ ਵੀ ਜਿਹੜੀ ਇਹ ਸੁਸਾਇਟੀ ਹੈਗੀ ਆ, ਕਿਉਂਕਿ ਆਲੀ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਭਵਨ ਦੇ ਵਿੱਚ। ਇਹ ਜਿਹੜੀ ਪ੍ਰੈਜ਼ੈਂਟ ਸੁਸਾਇਟੀ ਆ, ਇਹ ਅਕਾਲੀ ਪੱਖੀ ਆ, ਇਹ ਅਕਾਲੀ ਪੱਖੀ ਆ, ਪਰ ਅਸਲੀਅਤ ਇਹਦੋਂ ਉਲਟਾ। ਅਸੀਂ ਇੱਕ ਸਮਾਜ ਸੇਵੀ ਸੰਸਥਾ ਹੈਗਾ, ਅਸੀਂ ਕਾਂਗਰਸ ਨੂੰ ਸਤਿਕਾਰ ਦਿੰਦੇ ਹਾਂ। ਆਲੀ ਸਾਹਿਬ ਨੇ ਤਾਂ ਬਹੁਤ ਕੀਤਾ, ਅਸੀਂ ਤਾਂ ਕਰਦੇ ਹੈਗੇ। ਸਾਡੇ ਕੋਲੇ ਹਰੇਕ ਇੱਥੇ ਕਾਂਗਰਸ ਪਾਰਟੀ ਦਾ ਲੀਡਰ ਆਉਂਦਾ, ਕੋਈ ਬਾਹਰੋਂ ਹੋਰ ਸਾਡੇ ਦੂਜੇ ਪਾਰਟੀ, ਉਹ ਵੀ ਸਾਡੇ ਕੋਲ ਲੀਡਰ ਆਉਂਦੇ।
ਪਰ ਪਿਛਲੇ 1.5 ਸਾਲ ਤੋਂ ਸਾਨੂੰ ਡਾਇਰੈਕਟਲੀ ਇਨਡਾਇਰੈਕਟਲੀ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ। ਸਾਨੂੰ ਥਾਣੇ ਵੀ ਬੁਲਾਇਆ ਗਿਆ, ਮੈਂ ਗਿਆ, ਮੈਂ ਕਿਹਾ ਦੱਸੋ ਕੀ ਕੰਮ ਆ ਜੀ, ਤੇ ਉਹ ਕਹਿੰਦੇ ਨਹੀਂ ਬੁਲਾਵਾਂਗੇ, ਫਿਰ ਆ ਜਾਓ। ਮੈਂ ਦੂਜੇ ਦਿਨ ਫਿਰ ਗਿਆ, ਮੈਂ ਕੀ ਦੱਸੋ। ਫਿਰ ਇੱਕ ਵਾਰੀ ਮੀਟਿੰਗ ਹੋਈ, ਕਹਿੰਦੇ ਜੀ ਤੁਸੀਂ ਤੁਹਾਡੇ ਅਗੇਂਸਟ ਬਹੁਤ ਕੰਪਲੇਂਟਾਂ ਨੇ। ਮੈਂ ਕਿਹਾ ਜੀ ਕੰਪਲੇਂਟ ਦੱਸੋ ਕੀ ਆ। ਤਾਂ ਸਮਾਜ ਸੇਵਾ ਦਾ ਕੰਮ ਕਰਦੇ ਹੈਗਾ ਅਸੀਂ। ਘੱਟ ਤੋਂ ਘੱਟ ਹੀ ਲੁਧਿਆਣੇ ਡਿਸਟ੍ਰਿਕਟ ਵਿੱਚ ਕੋਈ ਐਸੀ ਸੰਸਥਾ ਨਹੀਂ ਅਸੀਂ 20 ਲੱਖ ਤੋਂ ਉੱਪਰ ਗਰੀਬਾਂ ਨੂੰ ਪੈਸਾ ਵੰਡ ਸਕਦੇ ਹਾਂ ਬਾਹਰਲੇ ਲੋਕਾਂ ਦੀ ਮਦਦ ਦੇ ਨਾਲ। ਸਾਡੇ ਸੰਸਥਾ ਦੇ ਆਪ ਮੈਂਬਰ ਵੀ ਕਰਦੇ ਆ, ਐਲੀ ਸਾਹਿਬ ਵੀ ਮਦਦ ਕਰਦੇ ਆ। ਸਾਡਾ ਸੀਏ ਰਿਪੋਰਟ ਸਾਡਾ ਉਹ ਰਿਕਾਰਡ ਮੇਨਟੇਨ ਕਰਦਾ। ਸਾਨੂੰ ਖੁਸ਼ੀ ਦੀ ਗੱਲ ਆ ਲੁਧਿਆਣੇ ਵਿੱਚ ਕੋਈ ਨਾ ਸਾਡੇ 10 ਲੱਖ ਐਸਟ ਸਾਡੀ ਸੋਸਾਇਟੀ ਦੇ ਇਸ ਭਵਨ 'ਚ ਲੱਗੇ ਹੋਏ ਆ। ਫਰਨੀਚਰ ਅਸੀਂ ਪ੍ਰੋਵਾਈਡ ਕੀਤਾ, ਕਰੋਕਰੀ ਦਾ, ਹਲਵਾਈ ਦਾ ਸਮਾਨ, 2.5-3 ਲੱਖ ਦਾ ਜਨਰੇਟਰ ਹੈਗਾ ਉਹ ਅਸੀਂ ਪ੍ਰੋਵਾਈਡ ਕੀਤਾ। ਦੁੱਖ ਇਸ ਗੱਲ ਦਾ ਹੈਗਾ ਜਦੋਂ ਇਹ ਸਾਰੇ ਨਹੀਂ ਚੱਲੇ, ਸਾਡੀ ਬਿਜ਼ਨਸ ਦੀ ਕੰਪਲੀਟ ਕਰਤੇ ਆ ਲਿਆਓ ਜੀ ਰਿਕਾਰਡ ਲੈ ਕੇ ਆਓ ਬੇਟੇ। ਉਹਦੇ ਵਾਸਤੇ ਅਸੀਂ ਫੁੱਲੀ ਤੁਸੀਂ ਪੈਸੇ ਤਾਂ ਨਹੀਂ ਮੰਗ ਲਏ ਕਿਤੇ ਸੰਧੂ ਸਾਹਿਬ ਆਏ ਹੁਣ ਕੋਈ ਫੰਕਸ਼ਨ ਕਰਨਾ? ਅਸੀਂ ਸਵਾਲ ਨਹੀਂ ਪੈਂਦਾ ਜੀ, ਅਸੀਂ ਮੰਗ ਕੇ ਮਾਰਨਾ ਜੀ। ਪੈਸੇ ਕਿੰਨੇ ਲੈਣੇ ਕਿੰਨੇ ਇੱਥੇ ਨੇ? ਕਿਸੇ ਨੇ ਵਿਆਹ ਕਰਨਾ ਹੋਵੇ ਇੱਥੇ ਬਹੁਤ ਨੋਮੀਨਲ ਚਾਰਜ ਆਈ ਸਾਨੂੰ ਲੋਕ ਦੇ ਅਸੀਂ ਲੈ ਲੈਣਾ। ਇੱਥੇ ਖੂਨਦਾਨ ਕੈਂਪ ਲੱਗਦੇ ਆ, ਸੈਮੀਨਾਰ ਲੱਗਦੇ ਆ, ਫਿਰ ਆਪਾਂ ਪੱਤਰਕਾਰ ਭਾਈਚਾਰ ਖੜੇ ਪੁੱਛ ਲਓ ਉਹਨਾਂ ਬੇਟੇ ਕਦੇ ਇਹਨਾਂ ਤੋਂ ਪੈਸਾ ਲਿਆ ਦੇ ਹਰੇਕ ਆਉਂਦਾ ਜੀ। ਬਾਹਰਲੀ ਜਿਹੜੀ ਦੂਜੀ ਪਾਰਟੀ ਅਸੀਂ ਬਾਹਰ ਨਾਲ ਤੋਂ ਪੈਸੇ ਲੈ ਕੇ ਜੀ ਪੈਸੇ ਇਹਨਾਂ ਤੋਂ ਪੈਸੇ ਐਸਐਚਓ ਤੰਗ ਕਰ ਰਿਹਾ ਤੁਸੀਂ ਇਹ ਕਹਿ ਰਹੇ ਹੋ? ਨਹੀਂ ਸਾਨੂੰ ਬੁਲਾਇਆ ਗਿਆ ਜੀ ਡਾਇਰੈਕਟਲੀ ਤੌਰ ਤੇ ਤੰਗ ਕਰਨ ਵਾਲੀ ਗੱਲ ਹੈ। ਪਰ ਤੁਹਾਨੂੰ ਡਾਇਰੈਕਟਲੀ ਨਹੀਂ ਕਿਹਾ ਗਿਆ ਵੀ ਪਾਰਟੀ ਜੁਆਇਨ ਕਰ ਲਓ? ਹਾਂ ਉਹ ਨਹੀਂ, ਉਹ ਕੋਈ ਪ੍ਰੈਸ਼ਰ ਪਾਇਆ ਜਾ ਰਿਹਾ ਤੁਹਾਡੇ ਤੇ? ਤੇ ਮੈਂ ਗਿਆ 2 ਦਿਨ ਬਾਅਦ ਦੱਸੋ ਕੀ ਕੰਮ ਹੈਗਾ। ਉਹ ਨਹੀਂ ਕਹਿੰਦੇ ਤੁਹਾਡੇ ਅਗੇਂਸਟ ਬਹੁਤ ਕੰਪਲੇਂਟਾਂ ਹੈਗੀਆਂ ਜੀ ਬੈਠੇ। ਮੈਂ ਕਿਹਾ ਦੱਸ ਦਿਓ ਕੋਈ ਗੱਲ ਨਹੀਂ, ਸਮਾਜ ਅਸੀਂ ਸੁਧਾਰ ਕਰ ਲਾਂਗੇ। ਪਰ ਉਹ ਸਾਰੀਆਂ ਗੱਲਾਂ ਬੰਦ ਹੋ ਗਈਆਂ। ਹੁਣ ਨਵਾਂ ਇੱਕ ਸਾਡੇ ਦੱਸਿਆ ਵੀ ਨਵੀਂ ਕੰਪਲੇਂਟ ਕਰਤੀ। ਉਹਦੇ ਵਾਸਤੇ ਸੰਸਥਾ ਫੁੱਲੀ ਰਿਸਪੌਂਸੀਬਲ। ਅਗਰ ਬਿਜ਼ਨਸ ਤੋਂ ਕੋਈ ਰੁਪਏ ਲੱਗਦੀ ਆ ਅਸੀਂ ਉਹਦੇ ਵਾਸਤੇ ਜ਼ਿੰਮੇਵਾਰ ਹਾਂ ਕਿਉਂਕਿ ਪੈਸਾ ਸਾਡੇ ਕੋਲ ਆਉਂਦਾ। ਉਹੀ ਮੈਂ ਆਲੀ ਸਾਹਿਬ ਨੂੰ ਕਹਿ ਰਿਹਾ ਸੀ ਜੇ ਤੁਸੀਂ ਸੱਚੇ ਹੋ ਤਾਂ ਤੁਸੀਂ ਕਹੋ ਲਾ ਦਿਓ ਇਨਕੁਆਇਰੀ, ਨਹੀਂ ਕਰਾ ਲਓ ਚੈੱਕ ਜੋ ਕਰਨਾ ਹੈ। ਉਹ ਦੇਖੋ ਤਾਂ ਕਹਿੰਦੇ ਜੋ ਮਰਜ਼ੀ ਕਰਾ ਲਾਤੀ ਜੀ ਉਹਨਾਂ ਨੇ, ਜੋ ਮਰਜ਼ੀ ਕਰਾ ਲੈਣੇ ਚ ਤਾਂ ਹੈ ਹੀ ਨਹੀਂ ਕੋਈ ਪਾਰਦਰਸ਼ੀ ਆ। ਦੇਖੋ ਇਹ ਤਾਂ ਇੱਕ ਭਲਾਈ ਵਾਲਾ ਕੰਮ ਕਰ ਰਹੇ ਆ। ਇਹ ਤਾਂ ਇਹੋ ਜਿਹਾ ਕੁਝ ਕਰਕੇ ਤਾਂ ਆਪ ਦਾ ਘਟਾ ਕਰਾ ਰਹੇ ਆ। ਇਹਨਾਂ ਦੇ ਵਿਚਾਰਿਆਂ ਨੂੰ ਕੀ ਨਿਕਲਣਾ ਵਾ। ਇਹਨਾਂ ਦੀ ਤਾਂ ਮਦਦ ਕਰਨ ਜੇ ਸਰਕਾਰ ਚਾਹੁੰਦੀ ਆ ਇਹਨਾਂ ਦਾ ਸਹਿਯੋਗ ਲੈਣਾ। ਇਹ ਤਾਂ ਉਲਟਾ ਆਪਦੇ ਪੈਰਾਂ 'ਤੇ ਖੁਆੜਾ ਮਾਰ ਰਹੇ ਨੇ ਆਪ ਇਹੋ ਜਿਹਾ ਕੁਝ ਕਰਕੇ। ਤੁਹਾਨੂੰ ਤਾਂ ਫਾਇਦਾ ਹੋ ਰਿਹਾ ਫਿਰ ਆਲੀ ਸਾਹਿਬ। ਬਿਲਕੁਲ, ਲੇਕਿਨ ਅਸੀਂ ਗੱਲ ਤਾਂ ਕਰਾਂਗੇ ਨਾ। ਅਸੀਂ ਤਾਂ ਦੇਖੋ ਅਸੀਂ ਲੋਕਾਂ ਨੂੰ ਦੱਸਣਾ ਨਾ। ਇਹਨਾਂ ਦੀ ਇਹ ਤਾਂ ਸੋਚ ਦੱਸ ਰਹੇ ਇਹਨਾਂ ਦੀ, ਹੋਰ ਕੋਈ ਪਰਵਾਹ ਨਹੀਂ। ਹੋਰ ਸਰਕਾਰ ਇਹਨਾਂ ਕੀ ਵਿਗਾੜ ਲੂਗੀ ਵਿਚਾਰੀ ਸੰਸਥਾ ਦਾ? ਕੁਛ ਨਹੀਂ ਵਿਗੜਨਾ, ਨਾ ਕੋਈ ਕਮੀ ਆ ਕਿਤੇ। ਇਹ ਤਾਂ ਸਿਰਫ ਇੱਕ ਲੋਕਾਂ ਦੇ ਧਿਆਨ 'ਚ ਅਸੀਂ ਲਿਆ ਰਹੇ ਹਾਂ ਮੁੱਦੇ। ਇਹ ਸਾਡਾ ਮੈਨੂੰ ਲੋਕਾਂ ਨੇ ਐਮਐਲਏ ਚੁਣਿਆ। ਕਾਂਗਰਸ ਪਾਰਟੀ ਹਮੇਸ਼ਾ ਕਹਿੰਦੀ ਆਈ ਹੈ ਕਿ ਅਸੀਂ ਕੇਂਦਰ ਤੱਕ, ਸੋਨੀਆ ਗਾਂਧੀ, ਰਾਹੁਲ ਗਾਂਧੀ ਤੱਕ ਕੇ ਦਲਿਤਾਂ ਦੇ ਹਮੇਸ਼ਾ ਜੇ ਕੋਈ ਨਾਲ ਖੜਿਆ ਤਾਂ ਅਸੀਂ ਖੜੇ ਹਾਂ। ਇੱਕ ਵੀ ਸਹੂਲਤ ਜੇ ਪੰਜਾਬ ਦੇ ਵਿੱਚ ਇਹਨਾਂ ਦੀ ਦਿੱਤੀ ਹੋਵੇ ਦਲਿਤ ਭਾਈਚਾਰੇ ਨੂੰ, ਚਾਹੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਗਈ ਆ, ਚਾਹੇ ਸ਼ਗਨ ਸਕੀਮ ਸ਼ੁਰੂ ਕੀਤੀ ਗਈ ਆ, ਚਾਹੇ 200 ਯੂਨਿਟ ਬਿਜਲੀ ਦੇ ਮਾਫ ਕੀਤੇ ਨੇ। ਇਹ ਤਾਂ ਜਿਹੜੇ ਕਹਿੰਦੇ ਸੀ ਕੈਪਟਨ ਸਾਹਿਬ ਕਿ ਅਸੀਂ ਦੁੱਗਣਾ ਕਰ ਦਿਆਂਗੇ ਸਾਰਾ ਕੁਝ, ਕਿਹੜਾ ਦੁੱਗਣਾ ਹੋਇਆ? 51,000 ਸ਼ਗਨ ਸਕੀਮ ਮਿਲ ਗਈ, ਪੈਨਸ਼ਨਾਂ ਦੁੱਗਣੀਆਂ ਹੋ ਗਈਆਂ, ਕੁਝ ਵੀ ਨਹੀਂ ਹੋਇਆ। 2500 ਪੈਨਸ਼ਨ ਕਹਿੰਦੇ ਸੀ ਦੇਣ ਨੂੰ। ਸੋ ਇਸ ਲਈ ਇੱਥੇ ਜਿਹੜੇ ਐਮਪੀ ਸਾਹਿਬ ਇੱਥੇ 5 ਲੱਖ ਅਨਾਉਂਸ ਕਰਕੇ ਗਏ ਸੀਗੇ, ਦੱਸੋ ਮਿਲਿਆ ਜੇ? ਸਾਰੇ ਮੀਡੀਆ ਦਾ ਹਾਜ਼ਰ ਕਰਕੇ ਕੁਝ ਮਿਲਿਆ? ਹਾਂਜੀ ਨਹੀਂ ਬਿਲਕੁਲ ਨਹੀਂ, ਕੋਈ ਪੈਸਾ ਨਹੀਂ ਮਿਲਿਆ। ਗੌਰਮੈਂਟ ਦੀ ਤਰਫੋਂ ਅੱਜ ਤੱਕ ਸਾਨੂੰ ਕੋਈ ਗ੍ਰਾਂਟ ਨਹੀਂ ਮਿਲੀ। 5 ਲੱਖ ਦਾ ਅਨਾਉਂਸ ਕੀਤਾ। ਇਹ ਫਿਰ ਸਾਰਾ ਜਿਹੜਾ ਬਣਾਇਆ ਜੀ ਐਡਾ ਭਵਨ ਤੇ ਸਿਸਟਮ, ਇਹ ਸਾਰਾ ਫਿਰ ਕਦੋਂ ਬਣਿਆ? ਯਾਰੀ ਸਾਹਿਬ ਦੇ ਦੇਣਾ ਜੀ। ਇਹਨਾਂ ਨੇ ਸਾਰਾ ਪੈਸਾ ਗਵਰਨਮੈਂਟ ਤੋਂ, ਇਹਨਾਂ ਦੀ ਗਵਰਨਮੈਂਟ ਸੀ ਅਨਾਉਂਸ ਕਰਾਇਆ, ਇਹਨਾਂ ਨੇ ਅਲਾਟਮੈਂਟ ਕਰਾਇਆ, ਇਹਨਾਂ ਨੇ ਪਰਸਨਲੀ ਫੰਡ ਦੇ ਵਿੱਚੋਂ ਬਹੁਤ ਦਿੱਤਾ ਜੀ। ਹੁਣ ਵੀ ਜਦੋਂ ਸਾਨੂੰ ਫਰਨੀਚਰ ਦੀ ਲੋੜ ਸੀ, ਕਰੋਕਵੇਰਾ ਸਾਊਂਡ ਸਿਸਟਮ ਦੀ, ਅਸੀਂ ਰੰਗ ਕਰਾਉਣਾ ਸੀ 7-8 ਸਾਲ ਹੋ ਗਏ ਸੀ ਇਹਨੂੰ, ਲੱਖ ਰੁਪਇਆ ਸਾਨੂੰ ਯਾਰੀ ਸਾਹਿਬ ਦੇ ਕੇ ਗਏ। ਸਾਨੂੰ ਉਹ ਫਰਨੀਚਰ ਵਾਸਤੇ ਵੀ ਦੇ ਗਏ, ਸਾਊਂਡ ਸਿਸਟਮ ਲਿਆ ਕੇ। ਪ੍ਰਧਾਨ ਜੀ ਫਿਰ ਇਨਕੁਆਇਰੀ ਤਾਂ ਲੱਗਣੀ ਸੀ। ਨਹੀਂ ਉਹ ਕੋਈ ਗੱਲ ਨਹੀਂ, ਉਹਦੇ ਵਾਸਤੇ ਅਸੀਂ ਫੁੱਲੀ ਰਿਸਪੌਂਸੀਬਲ ਹਾਂ ਕਿ ਕੋਈ ਡਰਦਾ ਤਾਂ ਹੁੰਦਾ। ਅਸੀਂ ਤਾਂ ਖੁਦ ਪੈਸੇ ਦੇ ਰਹੇ ਹਾਂ ਜੀ ਜਦੋਂ ਸਾਡੀਆਂ ਕੈਸ਼। ਤੁਸੀਂ ਸਿਆਸੀ ਹੋ ਗਏ ਨਾ, ਤੁਸੀਂ ਕਹਿ ਰਹੇ ਹੋ ਅਸੀਂ ਅਕਾਲੀ ਦਲ ਨੂੰ ਸਪੋਰਟ ਕਰਦੇ, ਤੁਸੀਂ ਸਿਆਸੀ ਹੋ ਗਏ। ਚਾਹੀਦਾ ਆ ਵੀ ਅਸੀਂ ਸਿਆਸੀ ਨਹੀਂ, ਸਾਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਤੁਸੀਂ ਯਾਰੀ ਸਾਹਿਬ ਨੂੰ। ਅਸੀਂ ਜਦ ਤੱਕ ਸਾਡੀ ਸੰਸਥਾ ਰਹੂ ਅਸੀਂ, ਮੈਂ ਕਹਿੰਦਾ ਯਾਰੀ ਸਾਹਿਬ ਦੀ ਸਪੋਰਟ ਕਰਾਂਗੇ। ਜਿਹੜੀ ਦੇਣ ਹੈ ਕਿ ਯਾਰੀ ਸਾਹਿਬ ਨੇ ਦਲਿਤ ਸਮਾਜ ਨੂੰ ਆਹ ਦਿੱਤੀ, ਕੋਈ ਨਹੀਂ ਦੇ ਸਕਦੇ। ਅਸੀਂ ਹਮੇਸ਼ਾ ਖੜੇ ਸੀ ਨਾਲ ਰਹਾਂਗੇ ਕਿਉਂਕਿ ਸਾਡੇ ਹਲਕੇ ਦੀ ਨੁਮਾਇੰਦਗੀ ਕਰਦੇ ਆ। ਜਿਹੜੀ ਕੰਪਲੇਂਟ ਹੋਈ ਆ ਮੇਰੀ ਬੀਇੰਗ ਪ੍ਰਧਾਨ ਦੀ ਜ਼ਿੰਮੇਵਾਰੀ ਬਣੇ, ਮੈਂ ਤਾਂ ਨੋਟਸ ਵਿੱਚ ਲਿਆਵਾਂ ਕਿਉਂਕਿ ਸਾਡਾ ਬੇਇਨਸਾਫੀ ਨਹੀਂ। ਯਾਲੀ ਸਾਹਿਬ ਆਖਰੀ ਸਵਾਲ ਹੈ, ਇਹ ਤਾਂ ਸ਼ਰੇਆਮ ਕਹਿ ਰਹੇ ਤੁਹਾਡੇ ਸਪੋਰਟ ਕਰਦੇ, ਇਹ ਸਿਆਸੀ ਹੋ ਗਏ ਸ਼ਾਇਦ ਤਾਂ ਅੱਜ ਖਮਿਆਜ਼ਾ ਭੁਗਤਣਾ ਪੈ ਰਿਹਾ। ਜਦੋਂ ਐਡਾ ਵੱਡਾ ਇੱਕ ਤੁਸੀਂ ਕੰਮ ਕਰੋਗੇ ਕਿਸੇ ਸੰਸਥਾ ਲਈ, ਇਨਸਾਨੀਅਤ ਆ ਨਾ। ਜੇ ਕੋਈ ਕਰੂਗਾ, ਇਹਨਾਂ ਨੇ ਇੱਥੇ ਪਹਿਲਾਂ ਜਿੰਨੇ ਵੀ ਲੀਡਰ ਸੀ ਸਾਰਿਆਂ ਨੂੰ ਬੁਲਾ ਕੇ ਮੰਗਾਂ ਰੱਖਦੇ ਰਹੇ ਨੇ, ਕਿਸੇ ਗੱਲ ਵੀ ਨਹੀਂ ਸੁਣੀ। ਜੇ ਆਪਾਂ ਕਿਸੇ ਅਦਾਰੇ ਲਈ ਕੁਝ ਕੰਮ ਕਰਾਂਗੇ ਤੁਹਾਡਾ ਕਿਉਂ ਨਹੀਂ ਸਾਥ ਦੇਣਗੇ? ਸੋਚ ਤਾਂ ਇਹੀ ਹੈ ਨਾ, ਬੀ ਪੋਜ਼ਿਟਿਵ। ਇਹ ਪੋਜ਼ਿਟਿਵ ਹੋਣ। ਜੇ ਇਸ ਇਲਾਕੇ 'ਚੋਂ ਕੋਈ ਸਪੋਰਟ ਲੈਣੀ ਚਾਹੁੰਦੇ ਆ, ਮੈਂ ਇਹਨਾਂ ਨੂੰ 10 ਲੱਖ ਆਪਣੀ ਜੇਬ 'ਚੋਂ ਦਿੱਤਾ ਪਹਿਲਾਂ। ਆ ਹੁਣ ਰੰਗ ਕਰਾਉਣ ਲਈ ਸਾਰੇ ਕੰਮਾਂ ਲਈ 4-5 ਲੱਖ ਰੁਪਇਆ ਹੁਣ ਫੇਰ ਦਿੱਤਾ, ਆਪਣੇ ਕੋਲੋਂ ਦਿੱਤਾ। ਤੇ ਕਿਉਂ ਕਿਵੇਂ ਨਹੀਂ ਸਪੋਰਟ ਕਰਨਗੇ? ਕਾਹਦੇ ਲਈ? ਲੋਕਾਂ ਦੇ, ਗਰੀਬਾਂ ਦੇ ਭਲੇ ਦਾ ਕੰਮ ਹੋ ਰਿਹਾ ਵਾ। ਅਸੀਂ ਲੋਕਾਂ ਦੀ, ਅਸੀਂ ਹਰ ਵਰਗ ਦੀ ਸਹਿਯੋਗ ਲੈਣਾ। ਜੇ ਅਸੀਂ ਉਸ ਵਰਗ ਲਈ ਕੁਝ ਕਰਾਂਗੇ ਤਾਂ ਹੀ ਲੋਕ ਸਹਿਯੋਗ ਸਾਨੂੰ ਦੇਣਗੇ ਨਾ। ਬਿਲਕੁਲ ਠੀਕ ਹੈ। ਅਸੀਂ ਉਦੋਂ ਨਹੀਂ ਸਰਕਾਰ 'ਚ ਸੀ, ਜਦੋਂ ਮੈਂ ਐਮਐਲਏ ਵੀ ਨਹੀਂ ਸੀ, ਅਸੀਂ ਉਦੋਂ ਵੀ ਇਹ ਸੰਸਥਾ ਦੀ ਬਾਂਹ ਨਹੀਂ ਛੱਡੀ।
ਇੱਕ ਵਾਰ ਇਹ ਇੰਨੇ ਕੁ ਡਾਵਾਂਡੋਲ ਹੋ ਗਈ ਸੀ, ਲੇਕਿਨ ਮੈਂ ਕਿਹਾ ਵੀ ਜੋ ਹੈਗਾ ਮੈਂ ਤੁਹਾਡੇ ਨਾਲ ਖੜਾ, ਮੈਂ ਆਪਣੇ ਕੋਲੋਂ ਕਰੂੰਗਾ ਤੁਹਾਡੇ ਲਈ, ਕੋਈ ਗੱਲ ਅੱਜ ਇਹਨਾਂ ਨੂੰ ਲੋੜ ਹੈ ਤਾਂ ਤੁਹਾਨੂੰ ਨਾਲ ਖੜਾ, ਬਿਲਕੁਲ ਮੈਂ ਨਾਲ ਖੜਾ, ਇਹ ਤੁਹਾਡੇ ਨਾਲ ਖੜੇ ਨੇ। ਇਹ ਮੈਂ ਵੀ ਇਹਨਾਂ ਨਾਲ ਖੜਾ ਠੋਕੇ। ਦੇਖੋ ਇਹਨਾਂ ਦਾ ਜਦੋਂ ਕਿਸੇ ਨੇ ਕੋਈ ਹੋਰ ਦੇਣ ਹੀ ਨਹੀਂ, 3.5 ਸਾਲਾਂ 'ਚ ਜਾਂਦਾ ਸੀ 2-4 ਕਰੋੜ ਰੁਪਇਆ ਦਿੰਦੇ, ਇਹ ਮਾੜੇ ਮੋਟੇ ਨਿਊਟਰਲ ਹੀ ਹੋ ਜਾਂਦੇ। ਕੋਈ ਸੰਸਥਾ ਆ ਰਹੀ ਹੈ, ਅਗਲਾ ਕਹਿੰਦੇ ਵੀ ਯਾਰ ਸਾਡੇ ਇਹਨਾਂ ਨੇ ਵੀ ਬਾਂਹ ਫੜੀ ਹੈ ਸਾਡੀ। ਕਿ ਤੁਸੀਂ ਗੁਰਦੇ ਰਹੇ ਹੋ ਸੰਧੂ ਸਾਹਿਬ ਨੂੰ ਵੀ ਕਿਵੇਂ ਬੰਦੇ ਆਪਦੇ ਵੱਲ ਕਰਨੇ, ਵੀ ਕੰਮਕਾਰ ਕਰ ਲਓ। ਉਹ ਤਾਂ ਬਹੁਤ ਵਧੀਆ ਕੰਮ ਕਰੀ ਜਾਂਦੇ ਨੇ, ਉਹਨਾਂ ਨੇ ਉਸ ਪਾਸੇ ਤੁਰਨਾ ਹੀ ਨਹੀਂ। ਉਹਨਾਂ ਦੇ ਸਲਾਹਕਾਰੀ ਇਹੋ ਜਿਹੇ ਲੱਗੇ ਉਹਨਾਂ ਦੇ ਨਾਲ, ਚੰਗੇ ਬੰਦੇ ਘਰੇ ਬਾਤੇ ਤੇ ਸਭ ਇਹੋ ਜਿਹੇ ਹੀ ਨੇ ਵੀ ਚੱਕ ਲਓ ਧਰ ਲਓ, ਇਹਨਾਂ ਨੂੰ ਅੰਦਰ ਦੇ ਦਿਓ ਤੇ ਪਰਚਾ ਦੇ ਦਿਓ। ਉਹ ਤਾਂ ਬਹੁਤ ਵੱਡੀ ਲਿਸਟ ਆ, ਤਾਂ ਪਹਿਲਾਂ ਹੀ ਬਹੁਤ ਕੁਝ ਦੇ ਚੁੱਕੇ ਆ ਸਾਨੂੰ। ਅਸੀਂ 2-4 ਦਿਨ 'ਚ ਹੋਰ ਤੁਹਾਨੂੰ ਇੱਕ ਦੇ ਰਹੇ ਹਾਂ। ਹੋਰ ਸੰਸਥਾ ਨੇ ਇੱਕ ਬਹੁਤ ਵੱਡੀ ਧੱਕੇਸ਼ਾਹੀ ਹੋ ਰਹੀ ਆ, ਤੇ ਤੁਸੀਂ ਹੈਰਾਨ ਰਹਿ ਜਾਓਗੇ ਸੁਣ ਕੇ। ਉਹ ਵੀ ਚਿੱਠੀ ਪੜਾਵਾਂਗੇ ਤੁਹਾਨੂੰ ਵੀ ਉਹ ਕੀ ਚਿੱਠੀ ਆ। ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਤੁਸੀਂ ਤੁਹਾਡੇ ਸਮਾਈਲ ਰਹਿਣੀ ਹੈ ਮੈਨੂੰ ਲੱਗਦਾ। ਨਹੀਂ ਦੇਖੋ ਇਹ ਆਪੇ ਹੀ ਜਦੋਂ ਉਹ ਨੈਗੇਟਿਵ ਚੱਲ ਰਹੇ, ਅਸੀਂ ਪੋਜ਼ਿਟਿਵ ਸੋਚ ਤੇ ਚੱਲ ਰਹੇ ਹਾਂ, ਸਿੱਧੀ ਗੱਲ ਹੈ। ਬਿਲਕੁਲ, ਬਹੁਤ ਧੰਨਵਾਦ ਸਮਾਂ ਦੇਣ ਵਾਸਤੇ। ਮਨਪ੍ਰੀਤ ਸਿੰਘ ਯਾਲੀ ਕਹਿ ਰਿਹਾ ਬਾਬਾ ਸਾਹਿਬ ਅੰਬੇਦਕਰ ਦੇ ਨਾਂ ਤੇ ਬਣੀ ਹੋਈ ਸੰਸਥਾ, ਦਲਿਤਾਂ ਦੀ ਇਹ ਸੰਸਥਾ, ਔਰ ਸੰਸਥਾ ਕਹਿ ਰਹੀ ਹੈ ਕਿ ਅਸੀਂ ਯਾਲੀ ਸਾਹਿਬ ਦੇ ਨਾਲ ਚੱਲਦੇ ਹਾਂ, ਪਰ ਵਿਜੀਲੈਂਸ ਦੀ ਇਨਕੁਆਇਰੀ ਖੁੱਲ੍ਹਣਾ ਵੱਡੇ ਸਵਾਲ ਖੜੇ ਕਰਦਾ। ਇਹ ਕਹਿ ਰਿਹਾ ਕਿ ਸੰਦੀਪ ਸੰਧੂ ਜਾਣ ਕੇ ਕਰ ਰਿਹਾ ਹੈ, SHO ਜਿਹੜਾ ਲੋਕਲ ਲੱਗੇ ਹੋਏ ਪ੍ਰੇਮ ਸਿੰਘ ਉਹ ਵੀ ਧੱਕੇਸ਼ਾਹੀ ਕਰਦੇ ਆ ਰਹੇ ਹੈ। ਕੈਮਰਾ ਪਰਸਨ ਗਗਨ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਮੁੱਲਾਪੁਰ ਦਾਖਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।